ਸਾਡੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਵਾਲ ਜ਼ਰੂਰ ਚੁੱਕੇ ਨੇ। ਇਹਨਾਂ ਨੇ ਸਵਾਲ ਇਹੀ ਚੁੱਕੇ ਨੇ ਕਿ ਆਖਿਰਕਾਰ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਗਿਆ ਕਿ ਇੱਕ Z+ ਸਿਕਿਉਰਿਟੀ ਬੰਦੇ ਨੂੰ ਮਿਲੀ ਹੋਵੇ ਤੇ ਉਹ Z+ ਸਿਕਿਉਰਿਟੀ ਦੇ ਵਿੱਚੋਂ ਹੀ ਬੰਦਾ ਉਹ ਗਾਇਬ ਹੋ ਗਿਆ। ਜਿਸ ਕਿਸੇ ਵਿਅਕਤੀ ਨੂੰ VVIP ਸਿਕਿਉਰਿਟੀ Z ਸਿਕਿਉਰਿਟੀ ਮਿਲੀ ਹੋਈ ਆ ਤੇ ਇਹਦੇ 'ਚ ਤਾਂ ਇਹ ਵੀ ਫਿਰ ਸਮਝ ਲਿਆ ਜਾਏ ਕਿ ਸੁਮੇਧ ਸਿੰਘ ਸੈਣੀ ਲਾਪਤਾ ਹੋ ਗਏ। ਕੀ ਪਤਾ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਹੈ ਤੇ ਜ਼ਿੰਮੇਵਾਰੀ ਕਿਹਦੀ ਹੈ। ਜਿਹੜੀ ਸਿਕਿਉਰਿਟੀ 24 ਘੰਟੇ ਸੁਮੇਧ ਸਿੰਘ ਸੈਣੀ ਦੇ ਨਾਲ ਰਹਿੰਦੀ ਸੀ ਤੇ ਉਹ ਘਰ ਹੀ ਖੜੀ ਰਹਿ ਗਈ ਉਹਨਾਂ ਦੇ, ਤੇ ਸੁਮੇਧ ਸਿੰਘ ਸੈਣੀ ਆਪਣਾ ਰਫੂ ਚੱਕਰ ਹੋ ਗਏ ਤੇ ਉਹਨਾਂ ਨੂੰ ਕੁਝ ਪਤਾ ਹੀ ਨਹੀਂ। ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰ੍ਹਾਂ ਦੇ ਨਾਲ ਆਖਿਆ ਸੀ ਕਿ ਆਪਣੇ ਮੰਤਰੀਆਂ ਨੂੰ ਆਦੇਸ਼ ਦਿੱਤੇ ਸੀ ਕਿ ਆਪਣੇ ਆਪਣੇ ਇਲਾਕਿਆਂ ਦੇ ਹਸਪਤਾਲਾਂ ਦੇ ਵਿੱਚ ਜਾ ਕੇ ਦੇਖ ਕੇ ਆਓ ਕਿ ਕਰੋਨਾ ਦੇ ਮਰੀਜ਼ਾਂ ਦਾ ਕੀ ਹਾਲ ਹੈ, ਉਹਨਾਂ ਦੀ ਸਿਹਤ ਸਹੂਲਤਾਂ ਉੱਥੇ ਕਿਸ ਤਰ੍ਹਾਂ ਦੀਆਂ ਮਿਲ ਰਹੀਆਂ ਨੇ। ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅੱਜ ਬਟਾਲਾ ਦੇ ਵਿੱਚ ਗਏ ਸੀ ਤੇ ਉਹਨਾਂ ਨੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ ਕਿ ਸਭ ਕੁਝ ਠੀਕ ਹੈ ਜੀ, ਕੋਈ ਪਰੇਸ਼ਾਨੀ ਨਹੀਂ ਹੈ। ਗੋਬਿੰਦ ਸਿੰਘ ਲੌਂਗੋਵਾਲ ਨੇ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਖਾਸ ਤੌਰ ਤੇ ਕੇਂਦਰੀ ਰਾਜ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਵੀ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹਨਾਂ ਦੇ ਯਤਨਾਂ ਸਦਕਾ ਹੀ ਇਹ ਮਨਜ਼ੂਰੀ ਹੁਣ ਮਿਲ ਗਈ ਹੈ। ਇੱਥੇ ਤਾਂ ਇਹ ਹੋਇਆ ਪਿਆ ਜੀ, ਕਹਿੰਦੇ ਖੇਤ ਨੂੰ ਬਚਾਉਣ ਦੇ ਲਈ ਅਸੀਂ ਵਾੜ ਲਾਈ ਸੀ ਤੇ ਫਿਰ ਉਹ ਵਾੜ ਹੀ ਖੇਤ ਨੂੰ ਖਾਣ ਲੱਗ ਗਈ। ਜਿਹੜੀ ਪੰਜਾਬ ਪੁਲਿਸ ਤੇ ਇਹ ਨਸ਼ੇ ਦੇ ਧੰਦੇ ਨੂੰ ਰੋਕਣ ਦੀ ਜ਼ਿੰਮੇਵਾਰੀ ਹੈ ਤੇ ਉਹਦੇ ਆਪਣੇ ਹੀ ਮੁਲਾਜ਼ਮ ਤਾਂ ਜੀ ਨਸ਼ੇ ਕਰਦੇ ਵੀ ਫੜੇ ਜਾਂਦੇ ਆ ਤੇ ਨਸ਼ੇ ਉਹਨਾਂ ਦੇ ਕੋਲੋਂ ਬਰਾਮਦ ਵੀ ਹੁੰਦੇ ਆ। ਹੁਣ ਜਿਹੜੇ ਸਾਰੇ ਮੰਤਰੀ ਨੇ, ਸਾਰੇ ਵਿਧਾਇਕ ਨੇ ਆਪਣੇ ਆਪਣੇ ਇਲਾਕਿਆਂ ਦੇ ਹਸਪਤਾਲਾਂ ਦੇ ਵਿੱਚ ਚਲੇ ਜਾਣਗੇ ਤੇ ਉੱਥੇ ਦੌਰਾ ਕਰਕੇ ਕੁਝ ਕੁ ਹਸਪਤਾਲ ਦੇ ਡਾਕਟਰਾਂ ਨੂੰ ਮਿਲ ਕੇ ਤੇ ਬਾਅਦ ਦੇ ਵਿੱਚ ਬਿਆਨ ਦੇ ਦਿੱਤਾ ਜਾਊਗਾ ਕਿ ਹਸਪਤਾਲਾਂ ਦੇ ਵਿੱਚ ਪਟਿਆਲਾ ਜਿਹੜਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਸ਼ਹਿਰ ਆ, ਉੱਥੇ ਮਾਲਵੇ ਦਾ ਸਭ ਤੋਂ ਵੱਡਾ ਜਿਹੜਾ ਕਹਿ ਲਈਏ ਕਿ ਹੁਣ ਤੱਕ ਰਜਿੰਦਰਾ ਹਸਪਤਾਲ ਹੀ ਰਿਹਾ ਤੇ ਉੱਥੇ ਦੀਆਂ ਸੇਵਾਵਾਂ ਦੇ ਵਿੱਚ ਬਹੁਤ ਖਾਮੀਆਂ ਨੇ ਜਿਹੜੀਆਂ ਉਹ ਸਮੇਂ-ਸਮੇਂ ਤੇ ਆ ਰਹੀਆਂ। ਸਫਾਈ ਦੇ ਮਾਮਲੇ ਵਿੱਚ ਜਦੋਂ ਕਿ ਹੁਣ ਪੂਰੀ ਤਰੀਕੇ ਦੇ ਨਾਲ ਹਸਪਤਾਲਾਂ ਦੇ ਵਿੱਚ ਸਫਾਈ ਚਾਹੀਦੀ ਸੀ ਤੇ ਉਦੋਂ ਵੀ ਜਿਹੜਾ ਸਫਾਈ ਦੇ ਜਿਹੜੇ ਪ੍ਰਬੰਧ ਨੇ ਜੀ ਉਹ ਬਹੁਤ ਹੇਠਾਂ ਡਿੱਗੇ ਹੋਏ। ਤਾਂ ਕਰਕੇ ਜਿਹੜੀ ਆ ਗੱਲ ਜਿਹੜੀ ਆ, ਜੇਕਰ ਦੌਰਾ ਤੁਸੀਂ ਕਰਦੇ ਹੋ ਤਾਂ ਚੰਗੇ ਤਰੀਕੇ ਦੇ ਨਾਲ ਕਰੋ। ਜਨਤਾ ਇੰਨੀ ਬੇਵਕੂਫ ਇਸ ਸਮੇਂ ਨਹੀਂ ਹੈ ਕਿ ਤੁਸੀਂ ਜਾਓਗੇ ਜੀ ਦੌਰਾ ਕਰਕੇ ਤੁਸੀਂ ਕਹਿ ਦੋਗੇ ਕਿ ਸਭ ਕੁਝ ਠੀਕ ਹੈ ਜੀ, ਅਸੀਂ ਸੰਤੁਸ਼ਟ ਹਾਂ, ਮੈਂ ਸੰਤੁਸ਼ਟ ਹਾਂ, ਤੇ ਤੁਹਾਡੇ ਸੰਤੁਸ਼ਟ ਹੋਣ ਦੇ ਨਾਲ ਕੋਈ ਨਹੀਂ ਹੈ। ਇੱਕ ਵਾਰ ਫਿਰ ਤੋਂ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਵਿੱਚ ਬ੍ਰੇਕ ਤੋਂ ਬਾਅਦ। ਤੇ ਬ੍ਰੇਕ ਤੋਂ ਪਹਿਲਾਂ ਜਿਵੇਂ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਕੇਂਦਰ ਸਰਕਾਰ ਨੇ ਹੁਣ ਜਿਹੜੀ ਮਨਜ਼ੂਰੀ ਦੇ ਦਿੱਤੀ ਹੈ, ਜਿਹੜੇ ਵਿਦੇਸ਼ਾਂ ਦੇ ਵਿੱਚ ਸ਼ਰਧਾਲੂ ਨੇ ਉਹ ਹੁਣ ਗੁਰੂ ਘਰਾਂ ਦੇ ਲਈ ਦਾਨ ਦੇ ਸਕਦੇ ਨੇ। ਕਿਉਂਕਿ ਜੇਕਰ ਪਿੱਛੇ ਝਾਤ ਮਾਰੀ ਜਾਏ ਤਾਂ 36 ਸਾਲ ਪਹਿਲਾਂ 1984 ਦੇ ਵਿੱਚ ਵਿਦੇਸ਼ੀ ਦਾਨ 'ਤੇ ਰੋਕ ਲਗਾ ਦਿੱਤੀ ਗਈ ਸੀ, ਕਿਉਂਕਿ ਉਦੋਂ ਜਿਹੜੇ ਹਾਲਾਤ ਸੀ ਉਹ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਤਣਾਅਪੂਰਨ ਹੋ ਗਏ ਸੀ। ਤੇ ਉਸ ਤੋਂ ਬਾਅਦ ਹੁਣ ਲਗਾਤਾਰ ਸ਼੍ਰੋਮਣੀ ਕਮੇਟੀ ਇਹ ਮੰਗ ਕਰ ਰਹੀ ਸੀ ਕਿ ਸਾਡੇ ਬਜਟ ਨੂੰ ਧਿਆਨ ਦੇ ਵਿੱਚ ਰੱਖਦਿਆਂ ਜਿਹੜੇ ਵਿਦੇਸ਼ੀ ਦਾਨ 'ਤੇ ਜਿਹੜੀ ਰੋਕ ਲਗਾਈ ਗਈ ਆ ਉਹਨੂੰ ਹਟਾ ਦਿੱਤਾ ਜਾਵੇ ਤੇ ਵਿਦੇਸ਼ੀ ਦਾਨ ਨੂੰ ਮਨਜ਼ੂਰੀ ਦੇ ਦਿੱਤੀ ਜਾਵੇ। ਤੇ ਅੱਜ ਫਿਰ ਜਦੋਂ ਇਹ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਉਦੋਂ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਖਾਸ ਤੌਰ ਤੇ ਕੇਂਦਰੀ ਰਾਜ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਵੀ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹਨਾਂ ਦੇ ਯਤਨਾਂ ਸਦਕਾ ਹੀ ਇਹ ਮਨਜ਼ੂਰੀ ਹੁਣ ਮਿਲ ਗਈ ਆ ਤੇ ਜਿਹਦੇ ਵਿੱਚ ਹੁਣ ਸੌਖ ਹੋਵੇਗੀ। ਤੇ ਇੱਕ ਸਾਡੇ ਨਾਲ ਕਾਲਰ ਜੁੜੇ ਨੇ ਜੀ, ਸਵਾਗਤ ਹੈ ਸਰ, ਬਹੁਤ ਬਹੁਤ ਤੁਹਾਡਾ। ਹਾਂਜੀ, ਹੈਲੋ ਜੀ, ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹ ਰਹੇ ਹੋ ਜੀ? ਮੈਂ ਡਿਬੇਟ ਚੱਲ ਰਹੀ ਹੈ, ਦੇਖ ਰਿਹਾ ਸੀ, ਇਹਦੇ ਸੰਬੰਧ ਵਿੱਚ ਗੱਲ ਕਰਨੀ ਸੀ। ਜੀ ਜੀ, ਤੁਸੀਂ ਆਪਣੀ ਗੱਲ ਰੱਖੋ ਜੀ, ਸੁਣ ਰਹੇ ਆ। ਦੇਖੋ, ਗੱਲ ਇਹ ਆ ਕਿ 2 ਦਹਾਕੇ ਪੰਜਾਬ ਦੇ ਵਿੱਚ ਜੋ ਅੱਗ ਬੁਝੀ ਜੀ, ਲੋਕਾਂ ਬੜਾ ਉਹਦਾ ਸੇਕ ਝੱਲਿਆ, ਬਹੁਤ ਸਾਡੀ ਜਵਾਨੀ ਦਾ ਘਾਣ ਹੋਇਆ। ਬਿਲਕੁਲ। ਔਰ ਉਹ ਤੋਂ ਬਾਅਦ ਜਿਹੜਾ ਹੁਣ ਇਸ ਵੇਲੇ ਸਾਡੀ ਨੌਜਵਾਨੀ ਆ ਉਹ ਅੱਤਵਾਦ ਨਾਲ ਵੀ ਭੈੜਾ ਜਿਹੜਾ ਨਸ਼ਿਆਂ ਦਾ ਦੌਰ ਚੱਲ ਰਿਹਾ, ਇਹਦਾ ਚੱਲ ਰਹੀ ਆ, ਸੇਕ ਚੱਲ ਰਹੀ ਆ ਇਸ ਵੇਲੇ। ਬਿਲਕੁਲ ਜੀ।
ਸਾਡੀਆਂ ਸਰਕਾਰਾਂ ਸੁੱਤੀਆਂ ਪਈਆਂ। ਹੂੰ ਮੈਂ ਇੱਕ ਗੱਲ ਕਰਨੀ ਚਾਹੁੰਦਾ ਕਿ ਦੇਖੋ, ਜਿੱਦਾਂ ਹੁਣ ਸਰਕਾਰ ਕਹਿੰਦੀ ਆ, ਪੰਜਾਬ ਸਟੇਟ ਸਰਕਾਰ ਕਹਿੰਦੀ ਆ ਕਿ ਬਾਰਡਰ ਸੀਲ ਕਰਨਾ ਸੈਂਟਰ ਗਵਰਨਮੈਂਟ ਦਾ ਕੰਮ ਹੈ। ਹੂੰ ਦੇਖੋ, ਨਸ਼ੇ ਅਸੀਂ ਟ੍ਰਾਂਜ਼ਿਟ ਪੁਆਇੰਟ ਤੇ ਬੈਠੇ ਆ, ਜੇ ਪਾਕਿਸਤਾਨ ਤੋਂ ਨਸ਼ਾ ਆਉਂਦਾ ਜੀ ਤਾਂ ਗਾੜੀ ਗਾਂਹ ਜਾ ਕੇ ਆਲ ਓਵਰ ਇੰਡੀਆ 'ਚ ਜਾਂਦਾ। ਸੀਲ ਬਾਰਡਰ ਕਰਨਾ ਸੈਂਟਰ ਗਵਰਨਮੈਂਟ ਦਾ ਕੰਮ ਹੈ। ਹੁਣ ਸਾਡੇ ਪੰਜਾਬ ਦੇ ਵਿੱਚ ਸਾਡੇ ਰਾਤ ਨੂੰ ਟਰਾਂਸਫਾਰਮਰ ਦੇ ਵਿੱਚੋਂ ਤੇਲ ਕੱਢ ਲਿਆ ਜਾਂਦਾ। ਬਿਲਕੁਲ ਜੀ। ਚੈਨੀਆਂ ਬੀਬੀਆਂ ਦੇ ਬਟੂਏ ਖੋਲੇ ਜਾਂਦੇ ਆ, ਪਰਸ ਖੋਲੇ ਜਾਂਦੇ ਆ, ਮੋਟਰਸਾਈਕਲ ਖੋਲੇ ਜਾਂਦੇ ਆ, ਚੈਨੀਆਂ ਲਾਈਆਂ ਜਾਂਦੀਆਂ। ਕੀ ਇਹ ਬੰਦੇ ਪਾਕਿਸਤਾਨ 'ਚ ਚਲ ਜਾਂਦੇ ਆ? ਇਹ ਤਾਂ ਸਾਰਾ ਸਰਕਾਰਾਂ ਨੂੰ ਵੀ ਪਤਾ ਤੇ ਜਿਹੜੇ ਸਾਡੇ ਸਿਆਸੀ ਬੰਦੇ ਉਹਨਾਂ ਨੂੰ ਵੀ ਪਤਾ, ਪੁਲਿਸ ਨੂੰ ਵੀ ਪਤਾ ਜੀ। ਇਹ ਸਾਡੀ ਸਿਕਿਉਰਿਟੀ ਦਾ ਜਿਹੜਾ ਇੰਤਜ਼ਾਮ ਆ ਕਿਹਨੇ ਕਰਨਾ? ਸਰਕਾਰ ਨੂੰ ਬਹੁਤ ਸੁਚੇਤ ਹੋ ਕੇ ਇਹਦੇ ਵਿੱਚ ਧਿਆਨ ਦੇਣਾ ਚਾਹੀਦਾ। ਬਿਲਕੁਲ। ਮੇਰੀ ਰਿਕੁਐਸਟ ਹੈ ਕੈਪਟਨ ਸਾਹਿਬ ਨੂੰ ਕਿ ਪੂਰੀ ਸਖਤੀ ਨਾਲ ਲਾਗੂ ਕਰਕੇ ਜਿਹੜੇ ਆ ਭੈੜੇ ਲੋਕ ਹੈ ਇਹਨਾਂ ਨੂੰ ਫੜਿਆ ਜਾਵੇ, ਇਹਨਾਂ ਦੀ ਕਾਰਵਾਈ ਕੀਤੀ ਜਾਵੇ। ਜੀ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਚੰਗੀ ਗੱਲ ਕਰੀ ਆ, ਪਰ ਦੇਖੋ ਕਿੰਨੀਆਂ ਅਸੀਂ ਖਬਰਾਂ ਦੇਖੀਆਂ ਤੇ ਇੱਥੇ ਤਾਂ ਇਹ ਹੋਇਆ ਪਿਆ ਜੀ, ਕਹਿੰਦੇ ਖੇਤ ਨੂੰ ਬਚਾਉਣ ਦੇ ਲਈ ਅਸੀਂ ਵਾੜ ਲਾਈ ਸੀ ਤੇ ਫਿਰ ਉਹ ਵਾੜ ਹੀ ਖੇਤ ਨੂੰ ਖਾਣ ਲੱਗ ਗਈ। ਜਿਹੜੀ ਪੁਲਿਸ ਤੇ, ਜਿਹੜੀ ਪੰਜਾਬ ਪੁਲਿਸ ਤੇ ਇਹ ਨਸ਼ੇ ਦੇ ਧੰਦੇ ਨੂੰ ਰੋਕਣ ਦੀ ਜ਼ਿੰਮੇਵਾਰੀ ਹੈ ਤੇ ਉਹਦੇ ਆਪਣੇ ਮੁਲਾਜ਼ਮ ਤਾਂ ਜੀ ਨਸ਼ੇ ਕਰਦੇ ਵੀ ਫੜੇ ਜਾਂਦੇ ਆ ਤੇ ਨਸ਼ੇ ਉਹਨਾਂ ਦੇ ਕੋਲੋਂ ਬਰਾਮਦ ਵੀ ਹੁੰਦੇ ਆ। ਤੇ ਫਿਰ ਅਸੀਂ ਕਿਵੇਂ ਮੰਨ ਲਈਏ ਕਿ ਜਿਹੜਾ ਸਾਡੇ ਪੰਜਾਬ ਦੇ ਵਿੱਚੋਂ ਨਸ਼ਾ ਜਿਹਦੀ ਕੈਪਟਨ ਸਾਹਿਬ ਗੱਲ ਕਰਦੇ ਸੀ ਕਿ 4 ਹਫ਼ਤਿਆਂ 'ਚ ਖਤਮ ਕਰ ਦਿਆਂਗੇ ਅਸੀਂ ਸਰਕਾਰ ਬਣਾ ਕੇ, ਤੇ ਹੁਣ 4 ਸਾਲਾਂ ਦੇ ਵਿੱਚ ਵੀ ਹੁੰਦਾ ਦਿਖਾਈ ਨਹੀਂ ਦੇ ਰਿਹਾ। ਤੇ ਸਭ ਤੋਂ ਵੱਡਾ ਕਾਰਨ ਇਹ ਹੈ ਜੀ ਕਿ ਪੁਲਿਸ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਆ ਤੇ ਕਿਸੇ ਨਾ ਕਿਸੇ ਤਰੀਕੇ ਜੇ ਇਹ ਵੀ ਕਹਿ ਲਈਏ ਕਿ ਇਹ ਵੀ ਇੱਕ ਬਦਕਿਸਮਤੀ ਹੈ ਜੀ ਕਿ ਜਿਹੜੀ ਪੁਲਿਸ ਕਿਸੇ ਨੌਜਵਾਨ ਨੂੰ ਫੜ ਲੈਂਦੀ ਹੈ ਨਸ਼ਾ ਵੇਚਦੇ ਨੂੰ, ਤੇ ਉਹ ਨਸ਼ਾ ਜਦੋਂ ਕਿਸੇ ਵੀ ਬੰਦੇ ਦੇ ਹੱਥ ਦੇ ਵਿੱਚ ਆਉਂਦਾ, ਚਾਹੇ ਉਹ ਪੁਲਿਸ ਹੀ ਹੈ, ਚਾਹੇ ਪੁਲਿਸ ਦਾ ਕੋਈ ਇੰਸਪੈਕਟਰ ਹੈ, ਚਾਹੇ ਉਹ ਹੌਲਦਾਰ ਹੈ, ਜੇਕਰ ਸਾਹਮਣੇ ਪਿਆ ਤੇ ਆਟੋਮੈਟਿਕਲੀ ਬਹੁਤ ਸਾਰੇ ਕੇਸਾਂ ਦੇ ਵਿੱਚ ਇਹ ਹੋਇਆ ਕਿ ਉਹ ਬੰਦਾ ਸੋਚਦਾ ਕਿ ਯਾਰ ਐਸਾ ਇਸ ਚੀਜ਼ ਦੇ ਵਿੱਚ ਕੀ ਆ ਕਿ ਜਿਹੜੇ ਲੋਕ ਇੰਨੇ ਪਾਗਲ ਨਸ਼ੇ ਦੇ ਹੋ ਜਾਂਦੇ ਆ। ਤੇ ਉਹ ਕਰਦੇ ਕਰਦੇ ਜਦੋਂ ਉਹ ਚੀਜ਼ ਹੁੰਦੀ ਆ ਉਹਨਾਂ ਦੇ ਸਾਹਮਣੇ ਪਈ ਹੁੰਦੀ ਆ ਤੇ ਫਿਰ ਉਹ ਕੋਸ਼ਿਸ਼ ਕਰਦੇ ਕਿ ਕਿਉਂ ਨਾ ਇਸ ਨੂੰ ਇੱਕ ਵਾਰ ਦੇਖ ਲਿਆ ਜਾਵੇ। ਤੇ ਉਸੇ ਦੇਖਾ ਦਿਖਾਈ ਦੇ ਵਿੱਚ ਜਿਹੜੇ ਸਾਡੇ ਬਹੁਤ ਸਾਰੇ ਪੁਲਿਸ ਅਫਸਰ ਨੇ ਜੀ, ਉਹ ਇਹਦੇ ਵਿੱਚ ਫਸ ਜਾਂਦੇ ਆ। ਨਸ਼ੇ ਦੀ ਦਲਦਲ ਦੇ ਵਿੱਚ ਜਦੋਂ ਕੋਈ ਇਨਸਾਨ ਫਸ ਜਾਂਦਾ ਤੇ ਉਹਦੇ ਵਿੱਚੋਂ ਨਿਕਲਣਾ ਬਹੁਤ ਜ਼ਿਆਦਾ ਮੁਸ਼ਕਲ ਦਾ ਕੰਮ ਹੈ ਜੀ। ਤੇ ਇੱਕ ਕਹਿ ਲਈਏ ਤਾਂ ਇੱਕ ਨਵਾਂ ਜੀਵਨ ਹੁੰਦਾ ਹੈ ਜੇ ਕੋਈ ਇਨਸਾਨ ਨਸ਼ੇ ਕਰਕੇ ਉਸ ਨੂੰ ਛੱਡ ਕੇ ਬਾਹਰ ਨਿਕਲ ਜਾਵੇ। ਤੇ ਇਹ ਬਹੁਤ ਵੱਡੀਆਂ ਗੱਲਾਂ ਨੇ ਜੀ, ਕਿਉਂਕਿ ਇਸ ਤਰੀਕੇ ਦੇ ਨਾਲ ਜੇਕਰ ਚੱਲਦਾ ਰਿਹਾ ਤੇ ਜੇਕਰ ਜਿਹੜੀ ਪੁਲਿਸ ਨਸ਼ੇ ਨੂੰ ਠੱਲ ਪਾ ਰਹੀ ਸੀ, ਪਾਉਣ ਦੀ ਜਿਹਦੀ ਜ਼ਿੰਮੇਵਾਰੀ ਆ, ਤੇ ਉਹਦੇ ਵਿੱਚੋਂ ਮੁਲਾਜ਼ਮ ਇਸ ਤਰ੍ਹਾਂ ਦੇ ਨਾਲ ਨਸ਼ਾ ਕਰਦੇ ਆ, ਉਹਨਾਂ ਦੇ ਕੋਲ ਨਸ਼ਾ ਵੀ ਮਿਲ ਜਾਂਦਾ, ਤੇ ਫਿਰ ਅਸੀਂ ਕਿੱਦਾਂ ਮੰਨ ਲਈਏ ਜੀ ਕਿ ਜਿਹੜੀ ਸਾਡੀ ਪੁਲਿਸ ਆ, ਜਿਹੜੀ ਸਾਡੀ ਸਰਕਾਰ ਆ, ਉਹ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਲੇਗੀ। ਖੈਰ, ਅੱਜ ਨਸ਼ਾ ਜੋ ਨਸ਼ੇ ਦਾ ਜੋ ਅੱਜ ਸਾਡਾ ਮੁੱਦਾ ਨਹੀਂ ਸੀ, ਲੇਕਿਨ ਅਸੀਂ ਗੱਲਬਾਤ ਕਰ ਰਹੇ ਹਾਂ ਵਿਦੇਸ਼ੀ ਦਾਨ ਤੇ ਨਾਲ ਦੀ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਜਿਹੜੇ ਸਕੂਲ ਖੋਲ੍ਹਣ ਦੀ ਗੱਲ ਕਰ ਰਹੀ ਆ। ਅਸੀਂ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਮਾਪਿਆਂ ਨੇ ਜਿਹੜਾ ਪ੍ਰੋਟੈਸਟ ਕੀਤਾ, ਤੇ ਇਹਦੀ ਥੋੜ੍ਹੀ ਜਾਣਕਾਰੀ ਲੈਣ ਦੇ ਲਈ ਅਸੀਂ ਅੰਮ੍ਰਿਤਸਰ ਸਾਹਿਬ ਚੱਲਦੇ ਹਾਂ ਜੀ। ਸਾਡੇ ਉੱਥੋਂ ਸਹਿਯੋਗੀ ਪੱਤਰਕਾਰ ਸੁਖਚੈਨ ਸਿੰਘ ਇਸ ਸਮੇਂ ਸਾਡੇ ਨਾਲ ਜੁੜ ਚੁੱਕੇ ਨੇ। ਸੁਖਚੈਨ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਸੁਖਚੈਨ ਜੀ, ਕਿਸ ਤਰੀਕੇ ਦਾ ਪ੍ਰੋਟੈਸਟ ਅੱਜ ਤੁਸੀਂ ਦੇਖਿਆ ਜਿਹੜੇ ਇਹ ਪੇਰੈਂਟਸ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਹੈ? ਕੀ ਖਾਸ ਕਰਕੇ ਕੀ ਤਰਕ ਦੇ ਰਹੇ ਨੇ ਮਾਪੇ ਕਿ ਕਿਉਂ ਨਹੀਂ ਖੋਲ੍ਹਣੇ ਚਾਹੀਦੇ ਸਕੂਲ? ਜੀ ਬਿਲਕੁਲ, ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਦਿਨ ਬ ਦਿਨ ਜੋ ਕੋਰੋਨਾ ਪੋਜ਼ਿਟਿਵ ਕੇਸਾਂ ਦੀ ਗਿਣਤੀ ਵੱਧ ਰਹੀ ਹੈ, ਹਾਲਾਂਕਿ ਪਿਛਲੇ 3-4 ਦਿਨਾਂ ਤੋਂ ਜੋ ਅੰਮ੍ਰਿਤਸਰ ਦੇ ਵਿੱਚ 300 ਤੋਂ ਵੱਧ ਕੇਸ ਆ ਗਏ ਸਨ, ਅੱਜ ਵੀ 250 ਦੇ ਕਰੀਬ ਕੇਸ ਹਨ, 16 ਮੌਤਾਂ ਹੋਈਆਂ ਹਨ। ਜਿਸ ਤਰ੍ਹਾਂ ਦਿਨ ਬ ਦਿਨ ਕੇਸ ਵੱਧ ਰਹੇ ਹਨ, ਲੋਕਾਂ ਦੇ ਮੌਤ ਦੀ ਜੋ ਦਰ ਹੈ ਉਹ ਜ਼ਿਆਦਾ ਹੁੰਦੀ ਜਾ ਰਹੀ ਹੈ। ਉਹ ਸੁਭਾਵਿਕ ਹੈ ਕਿ ਮਾਪੇ ਆਪਣੇ ਬੱਚਿਆਂ ਪ੍ਰਤੀ ਗੰਭੀਰ ਹੁੰਦੇ ਹਨ ਕਿ ਉਹ ਤੰਦਰੁਸਤ ਰਹਿਣ, ਜਾਂ ਜਦੋਂ ਤੱਕ ਕਰੋਨਾ ਖਤਮ ਨਹੀਂ ਹੁੰਦਾ ਤਾਂ ਉਹ ਉਹਨਾਂ ਨੂੰ ਸਕੂਲ ਨਾ ਭੇਜਿਆ ਜਾਏ। ਤੇ ਹਾਲਾਂਕਿ ਸਰਕਾਰ ਵੱਲੋਂ ਇਹ ਤਾਂ ਕਹਿ ਦਿੱਤਾ ਗਿਆ ਕਿ 9ਵੀਂ ਜਮਾਤ ਤੋਂ ਜਿਹੜੇ 12ਵੀਂ ਜਮਾਤ ਤੱਕ ਦੇ ਬੱਚੇ ਨੇ ਉਹਨਾਂ ਨੂੰ ਬੁਲਾਇਆ ਜਾ ਸਕਦਾ ਹੈ, ਲੇਕਿਨ ਸਰਕਾਰ ਦੀ ਇਸ ਜੋ ਤਜਵੀਜ਼ ਜੋ ਤੈਅ ਕੀਤੀ ਜਾ ਰਹੀ ਹੈ ਜਾਂ ਆਦੇਸ਼ ਕੀਤੇ ਜਾ ਰਹੇ ਨੇ, ਉਸ ਦੇ ਖਿਲਾਫ ਮਾਪਿਆਂ 'ਚ ਕਾਫੀ ਰੋਸ ਹੈ। ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਹਿ ਲਈਏ ਤਾਂ ਕਾਫੀ ਹੀ ਗਿਣਤੀ ਵੱਧ ਗਿਆ ਦਿਨ ਬ ਦਿਨ ਕੇਸਾਂ ਦੀ। ਇਸ ਕਰਕੇ ਮਾਪੇ ਦਾ ਜੋ ਫਿਕਰਮੰਦ ਹੋਣਾ ਸੁਭਾਵਿਕ ਹੈ, ਉਹ ਠੀਕ ਹੈ ਜੀ।
ਠੀਕ ਹੈ। ਅੱਛਾ ਸੁਖਚੈਨ, ਜੇ ਵੈਸੇ ਗੱਲ ਕਰੀਏ ਅੰਮ੍ਰਿਤਸਰ ਪੂਰੇ ਜ਼ਿਲ੍ਹੇ ਦੀ, ਤਾਂ ਇਸ ਸਮੇਂ ਹਾਲਾਤ ਕਿਸ ਤਰ੍ਹਾਂ ਦੇ ਤੁਹਾਨੂੰ ਲੱਗ ਰਹੇ ਨੇ? ਕਿੰਨਾ ਕੁ ਕੰਟਰੋਲ ਪ੍ਰਸ਼ਾਸਨ ਪਾਉਣ ਦੇ ਵਿੱਚ ਕਾਮਯਾਬ ਹੋਇਆ ਜਾਂ ਕਿੰਨਾ ਕੁ ਪ੍ਰਸ਼ਾਸਨ ਨਾਕਾਮਯਾਬ ਹੋਇਆ? ਜੀ ਦੇਖੋ, ਕਿਹਾ ਜਾਏ ਤਾਂ ਪ੍ਰਸ਼ਾਸਨ ਨਾਕਾਮਯਾਬ ਹੀ ਨਜ਼ਰ ਆ ਰਿਹਾ ਹੈ। ਜਿਸ ਤਰ੍ਹਾਂ ਦਿਨ ਦਿਨ ਕੇਸ ਵੱਧ ਰਹੇ ਹਨ, ਮੌਤ ਦੀ ਦਰ ਵੱਧ ਰਹੀ ਹੈ। ਅੱਜ ਵੀ 16 ਮੌਤ ਹੋਈਆਂ ਹਨ। ਠੀਕ ਹੈ, ਉਹ ਅੱਜ ਤੁਹਾਨੂੰ ਦੱਸੀਏਗਾ ਜੋ ਸ਼ਹਿਰ ਦੇ ਜੋ ਕੁਝ ਬੈਂਕ ਦੀਆਂ ਬ੍ਰਾਂਚਾਂ ਹਨ, ਯੂਕੋ ਬੈਂਕ ਚਾਹੇ ICICI ਬੈਂਕ ਦੇ 2-3 ਬ੍ਰਾਂਚਾਂ ਬੰਦ ਕਰ ਦਿੱਤੀਆਂ ਗਈਆਂ ਹਨ। ਡੀ-ਮਾਰਟ ਜੋ ਉਹ ਬੰਦ ਕੀਤਾ ਗਿਆ, ਕਿਉਂਕਿ ਉੱਥੇ ਕੇਸ ਪੋਜ਼ਿਟਿਵ ਆ ਰਹੇ ਸਨ। ਔਰ ਉਹ ਸਥਾਨ ਹਨ ਜਿੱਥੋਂ ਆਮ ਦੇ ਜੋ ਰੂਟੀਨ ਦੇ ਵਿੱਚ ਲੋਕ ਜਾਂਦੇ ਹਨ ਆਪਣੇ ਕੰਮ ਕਾਜ ਕਰਵਾਉਣ ਲਈ, ਜਾਂ ਡੀ-ਮਾਰਟ ਤੋਂ ਸਮਾਨ ਖਰੀਦਣ ਜਾਂਦੇ ਹਨ ਵੱਡੀ ਗਿਣਤੀ ਵਿੱਚ, ਜਾਂ ICICI ਬੈਂਕ ਲੋਕ ਜਾਂਦੇ ਹਨ। ਇਸ ਤਰ੍ਹਾਂ ਦੀ ਬੈਂਕ ਦੇ ਬ੍ਰਾਂਚਾਂ ਅੱਜ ਪ੍ਰਸ਼ਾਸਨ ਵੱਲੋਂ ਬੰਦ ਕੀਤੀਆਂ ਗਈਆਂ ਨੇ। ਪਹਿਲੀ ਵਾਰੀ ਹੋਇਆ ਕਿ ਇਸ ਤਰ੍ਹਾਂ ਜੋ ਕੁਝ ਜੋ ਜਨਤਕ ਚੀਜ਼ਾਂ ਜਿਨ੍ਹਾਂ ਤੋਂ ਰੋਜ਼ ਆਉਣ ਜਾਂਦਾ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਤੇ ਜੇਕਰ ਕਿਹਾ ਜਾਏ ਕਿ ਸਥਿਤੀ ਦਿਨ ਬ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਸੁਖਚੈਨ ਜੀ, ਇਸ ਤਮਾਮ ਜਾਣਕਾਰੀ ਦੇਣ ਦੇ ਲਈ ਤੁਹਾਡਾ ਧੰਨਵਾਦ। ਤੇ ਇਹਦੇ ਨਾਲ ਨਾਲ ਅੱਜ ਹੋਰ ਕਾਫੀ ਜਿਹੜੀਆਂ ਗੱਲਾਂ ਹੋਈਆਂ ਜੀ, ਸੁਮੇਧ ਸਿੰਘ ਸੈਣੀ ਸਾਬਕਾ DGP ਜਿਹੜੇ ਕਿ ਹੁਣ ਆਪਣੀ ਹੀ ਪੁਲਿਸ ਤੋਂ ਬਚਦੇ ਫਿਰ ਰਹੇ ਨੇ, ਤੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਕਿ ਪੰਜਾਬ ਪੁਲਿਸ ਆ ਤੇ ਆਖਿਰਕਾਰ ਆਪਣੇ ਸਾਬਕਾ ਬੌਸ ਤੱਕ ਪਹੁੰਚ ਕਿਉਂ ਨਹੀਂ ਪਾ ਰਹੀ, ਤੇ ਕਿਸ ਤਰੀਕੇ ਦੇ ਨਾਲ ਕਿੱਥੇ ਅੰਡਰਗਰਾਊਂਡ ਹੋ ਗਏ ਸੈਣੀ ਕਿ ਪੁਲਿਸ ਨੂੰ ਮਿਲ ਹੀ ਨਹੀਂ ਰਿਹਾ। ਤੇ ਲਗਾਤਾਰ ਪੁਲਿਸ ਛਾਪੇਮਾਰੀ ਕਰ ਰਹੀ ਆ। ਅੱਜ ਵੀ ਦਿੱਲੀ ਦੇ ਵਿੱਚ ਵੀ ਛਾਪੇਮਾਰੀ ਹੋਈ ਆ। ਦਿੱਲੀ ਦੇ ਵਿੱਚ ਪਤਾ ਲੱਗਿਆ ਕਿ ਸੁਮੇਧ ਸਿੰਘ ਸੈਣੀ ਦਾ ਜਿਹੜਾ ਦਿੱਲੀ ਦਾ ਘਰ ਹੈ, ਤੇ ਉੱਥੇ ਉਹਨਾਂ ਦੀ ਧਰਮ ਪਤਨੀ ਤੇ ਉਹਨਾਂ ਦੀ ਬੇਟੀ ਘਰ ਦੇ ਵਿੱਚ ਮੌਜੂਦ ਸੀ, ਪਰ ਸੈਣੀ ਦਾ ਉੱਥੇ ਕੋਈ ਪਤਾ ਨਹੀਂ ਲੱਗਿਆ। ਸ਼ਿਮਲੇ ਦੇ ਵਿੱਚ ਵੀ ਜਿਹੜੀ ਆ ਪੰਜਾਬ ਪੁਲਿਸ ਨੇ ਛਾਪੇਮਾਰੀ ਕੀਤੀ ਆ, ਉੱਥੇ ਵੀ ਕੋਈ ਨਹੀਂ ਪਤਾ ਲੱਗਿਆ। ਤੇ ਇਸ ਸਭ ਦੇ ਵਿੱਚ ਦੋ ਗੱਲਾਂ ਕਾਫੀ ਅੱਜ ਉਤੇ ਗੱਲ ਕਰਨ ਵਾਲੀ ਹੈਗੀ ਆ। ਤੇ ਇੱਕ ਤਾਂ ਤੁਹਾਨੂੰ ਯਾਦ ਹੋਣਾ ਕਿ ਰਿਟਾਇਰਡ ਜਸਟਿਸ ਰਣਜੀਤ ਸਿੰਘ ਨੇ ਵੀ ਜਿਹੜੀ ਬੇਅਦਬੀ ਦੀ ਇੱਕ ਰਿਪੋਰਟ ਆ, ਉਹ ਘਟਨਾ ਦੀ ਆਪਣੀ ਜਾਂਚ ਕਮੇਟੀ ਦੀ ਰਿਪੋਰਟ ਇੱਕ ਦਿੱਤੀ ਸੀ। ਤੇ ਉਹ ਉਸੇ ਜਸਟਿਸ ਰਣਜੀਤ ਸਿੰਘ ਦਾ ਹੁਣ ਇੱਕ ਬਿਆਨ ਆਇਆ ਜੀ ਸੁਮੇਧ ਸਿੰਘ ਸੈਣੀ ਨੂੰ ਲੈ ਕੇ। ਉਹ ਕਹਿੰਦੇ ਵੀ ਸੈਣੀ ਸਾਹਿਬ ਆਪਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਸੀ ਕਿ ਜੱਜਾਂ ਨੂੰ ਵੀ ਧਮਕੀਆਂ ਦੇ ਦਿੰਦੇ ਸੀ ਜੇ ਕਿਤੇ ਉਹਨਾਂ ਦਾ ਕੋਈ ਕੰਮ ਅੜਦਾ ਸੀ ਜਾਂ ਕਿਸੇ ਕੇਸ ਦੇ ਵਿੱਚ ਕੋਈ ਫਸਦਾ ਨਜ਼ਰ ਆਉਂਦਾ ਸੀ। ਤੇ ਜਸਟਿਸ ਰਣਜੀਤ ਸਿੰਘ ਦਾ ਆਖਣਾ ਹੈ ਕਿ ਸਿੱਧਾ ਸੁਮੇਧ ਸਿੰਘ ਸੈਣੀ ਜੱਜਾਂ ਨੂੰ ਵੀ ਧਮਕੀ ਦੇ ਦਿੰਦਾ ਸੀ, ਤੇ ਬਹੁਤ ਸਾਰੇ ਜਿਹੇ ਮਾਮਲੇ ਉਹਨੇ ਦੱਸੇ ਨੇ ਉਹਨਾਂ ਨੇ, ਤੇ ਕੀ ਜਿਹੜੀਆਂ ਕਾਲ ਰਿਕਾਰਡਿੰਗਸ ਨੇ ਜੱਜਾਂ ਦੀਆਂ ਉਹ ਵੀ ਸੈਣੀ ਵੱਲੋਂ ਕਰਵਾਈਆਂ ਜਾਂਦੀਆਂ ਸੀ। ਸੋ ਇਸ ਤਰ੍ਹਾਂ ਦਾ ਜੇ ਇੱਕ ਇਨਸਾਨ ਸੀ ਜਿਹੜਾ ਕਿ ਸਾਡੀ ਪੰਜਾਬ ਪੁਲਿਸ ਦਾ ਹੈੱਡ ਰਿਹਾ। ਤੇ ਇਹਦੇ ਤੇ ਪੰਜਾਬ ਸਰਕਾਰ ਦੀ ਜੇਕਰ ਗੱਲ ਕਰੀਏ ਤਾਂ ਬਾਕੀ ਤਾਂ ਹੋਰ ਕੋਈ ਨਹੀਂ ਬੋਲ ਰਿਹਾ, ਸਵਾਲ ਨਹੀਂ ਚੁੱਕ ਰਿਹਾ ਕਿ ਕਿਉਂ ਨਹੀਂ ਪੰਜਾਬ ਸਾਡੀ ਪੁਲਿਸ ਸੁਮੇਧ ਸਿੰਘ ਸੈਣੀ ਤੱਕ ਪਹੁੰਚ ਰਹੀ। ਲੇਕਿਨ ਸਾਡੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਵਾਲ ਜ਼ਰੂਰ ਚੁੱਕੇ ਨੇ। ਇਹਨਾਂ ਨੇ ਸਵਾਲ ਇਹੀ ਚੁੱਕੇ ਨੇ ਕਿ ਆਖਿਰਕਾਰ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਗਿਆ ਕਿ ਇੱਕ Z+ ਸਿਕਿਉਰਿਟੀ ਬੰਦੇ ਨੂੰ ਮਿਲੀ ਹੋਵੇ ਤੇ ਉਹ Z+ ਸਿਕਿਉਰਿਟੀ ਦੇ ਵਿੱਚੋਂ ਹੀ ਬੰਦਾ ਉਹ ਗਾਇਬ ਹੋ ਗਿਆ ਹੋਵੇ। ਇੱਕ ਬਹੁਤ ਵੱਡਾ ਇਹਨਾਂ ਨੇ ਸਵਾਲ ਰੰਧਾਵਾ ਤੇ ਬਾਜਵਾ ਸਾਹਿਬ ਨੇ ਕੀਤਾ ਹੈ ਕਿ ਸਿਕਿਉਰਿਟੀ ਜਿਹੜਾ ਇੰਚਾਰਜ ਸੀ ਜੋ ਹੈ ਇਸ ਮੌਕੇ ਸੁਮੇਧ ਸਿੰਘ ਸੈਣੀ ਦਾ, ਆਖਿਰਕਾਰ ਉਹਦੇ ਤੋਂ ਪੁੱਛਗਿੱਛ ਕਿਉਂ ਨਹੀਂ ਕੀਤੀ ਜਾਂਦੀ? ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਸਿਕਿਉਰਿਟੀ ਇੰਚਾਰਜ ਦੀ ਹੁੰਦੀ ਹੈ। ਜਿਸ ਕਿਸੇ ਵਿਅਕਤੀ ਨੂੰ VVIP ਸਿਕਿਉਰਿਟੀ Z ਸਿਕਿਉਰਿਟੀ ਮਿਲੀ ਹੋਈ ਆ, ਤੇ ਇਹਦੇ 'ਚ ਤਾਂ ਇਹ ਵੀ ਫਿਰ ਸਮਝ ਲਿਆ ਜਾਏ ਕਿ ਸੁਮੇਧ ਸਿੰਘ ਸੈਣੀ ਲਾਪਤਾ ਹੋ ਗਏ, ਕੀ ਪਤਾ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਹੈ ਤੇ ਜ਼ਿੰਮੇਵਾਰੀ ਕਿਹਦੀ ਹੈ? ਫਿਰ ਸਿਕਿਉਰਿਟੀ ਹੈੱਡ ਦੀ ਬਣਦੀ ਹੈ, ਸਿਕਿਉਰਿਟੀ ਇੰਚਾਰਜ ਦੀ ਬਣ ਜਾਂਦੀ ਹੈ। ਤੇ ਜਿਹੜੀ ਸਿਕਿਉਰਿਟੀ 24 ਘੰਟੇ ਸੁਮੇਧ ਸਿੰਘ ਸੈਣੀ ਦੇ ਨਾਲ ਰਹਿੰਦੀ ਸੀ ਤੇ ਉਹ ਘਰ ਹੀ ਖੜੀ ਰਹਿ ਗਈ ਉਹਨਾਂ ਦੇ, ਤੇ ਸੁਮੇਧ ਸਿੰਘ ਸੈਣੀ ਆਪਣਾ ਰਫੂ ਚੱਕਰ ਹੋ ਗਏ ਤੇ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੈ। ਇਹ ਇੱਕ ਵੱਡੇ ਜਿਹੜੇ ਵੈਲਿਡ ਪੁਆਇੰਟ ਨੇ ਇਹ ਦੋਨਾਂ ਮੰਤਰੀਆਂ ਵੱਲੋਂ ਚੁੱਕੇ ਗਏ ਨੇ, ਤੇ ਪੁਲਿਸ ਨੂੰ ਇਹ ਵੀ ਸਵਾਲ ਕਰ ਰਹੇ ਨੇ। ਹਾਲਾਂਕਿ ਸਰਕਾਰ ਇਹਨਾਂ ਦੀ ਆਪਣੀ ਆ, ਪਰ ਇਹਨਾਂ ਤੋਂ ਬਿਨਾਂ ਕੋਈ ਹੋਰ ਜਿਹੜਾ ਬੋਲਦੇ ਨਜ਼ਰ ਨਹੀਂ ਆਉਂਦੇ। CM ਸਾਹਿਬ ਵੀ ਇਸ ਮਸਲੇ ਤੇ ਕੁਝ ਖਾਸ ਬਿਆਨਬਾਜ਼ੀ ਨਹੀਂ ਦੇ ਰਹੇ, ਨਾ ਕੋਈ ਹੋਰ ਪੰਜਾਬ ਸਰਕਾਰ ਦਾ ਕੋਈ ਮੰਤਰੀ ਬਿਆਨ ਦੇ ਰਿਹਾ। ਲੇਕਿਨ ਇਹਨਾਂ ਦੋਨਾਂ ਮੰਤਰੀਆਂ ਨੇ ਜ਼ਰੂਰ ਜਿਹੜੇ ਸਵਾਲ ਨੇ ਜੀ ਉਹ ਚੁੱਕੇ ਨੇ। ਤੇ ਇਸੇ ਦੇ ਨਾਲ ਬਰਗਾੜੀ ਜਿਹੜਾ ਬੇਅਦਬੀ ਕਾਂਡ ਸੀ ਉਹਦੇ ਵਿੱਚ ਜਿਹੜਾ ਪ੍ਰਮੁੱਖ ਦੋਸ਼ੀ ਦੇ ਵਜੋਂ ਹਿਰਾਸਤ ਦੇ ਵਿੱਚ ਜਿਸ ਨੂੰ ਲਿਆ ਗਿਆ ਸੀ ਮਹਿੰਦਰਪਾਲ ਬਿੱਟੂ, ਤੁਹਾਨੂੰ ਪਤਾ ਕਿ ਜੇਲ੍ਹ ਦੇ ਵਿੱਚ ਹੀ ਉਸ ਦੀ ਮੌਤ ਹੋ ਗਈ ਸੀ ਜਿਸ ਤਰੀਕੇ ਦੇ ਨਾਲ। ਤੇ ਉਹਦੇ ਪਰਿਵਾਰ ਨੇ ਹੁਣ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਆ ਜੀ ਮੁਆਵਜ਼ੇ ਨੂੰ ਲੈ ਕੇ। ਤੇ ਉਹਨਾਂ ਦਾ ਆਖਣਾ ਸੀ ਕਿ ਉਹ ਜਿਹੜਾ ਬਿੱਟੂ ਸੀ ਉਹ ਇਕਲੌਤਾ ਅਜਿਹਾ ਮੈਂਬਰ ਸੀ ਪਰਿਵਾਰ ਦਾ ਜਿਹੜਾ ਕਮਾਉਣ ਵਾਲਾ ਸੀ, ਤੇ ਇਸ ਕਰਕੇ ਪਰਿਵਾਰ ਨੇ
2 ਕਰੋੜ ਰੁਪਏ ਦੇ ਮੁਆਵਜ਼ੇ ਦੀ ਇੱਕ ਜਿਹੜੀ ਪਟੀਸ਼ਨ ਆ ਉਹ ਵੀ ਹਾਈ ਕੋਰਟ ਦੇ ਵਿੱਚ ਅੱਜ ਪਾਈ ਆ ਜੀ। ਤੇ ਮੈਂ ਪਹਿਲਾਂ ਗੱਲ ਕਰੀ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰ੍ਹਾਂ ਦੇ ਨਾਲ ਆਖਿਆ ਸੀ ਕਿ ਆਪਣੇ ਮੰਤਰੀਆਂ ਨੂੰ ਆਦੇਸ਼ ਦਿੱਤੇ ਸੀ ਕਿ ਆਪਣੇ ਆਪਣੇ ਇਲਾਕਿਆਂ ਦੇ ਹਸਪਤਾਲਾਂ ਦੇ ਵਿੱਚ ਜਾ ਕੇ ਦੇਖ ਕੇ ਆਓ ਕਿ ਕਰੋਨਾ ਦੇ ਮਰੀਜ਼ਾਂ ਦਾ ਕੀ ਹਾਲ ਹੈ, ਉਹਨਾਂ ਦੀ ਸਿਹਤ ਸਹੂਲਤਾਂ ਉੱਥੇ ਕਿਸ ਤਰ੍ਹਾਂ ਦੀਆਂ ਮਿਲ ਰਹੀਆਂ ਨੇ। ਤੇ ਤ੍ਰਿਪਤਰਿੰਦਰ ਸਿੰਘ ਬਾਜਵਾ ਅੱਜ ਬਟਾਲਾ ਦੇ ਵਿੱਚ ਗਏ ਸੀ ਤੇ ਉਹਨਾਂ ਨੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ ਕਿ ਸਭ ਕੁਝ ਠੀਕ ਹੈ ਜੀ, ਕੋਈ ਪਰੇਸ਼ਾਨੀ ਨਹੀਂ ਹੈ। ਤੇ ਹੁਣ ਜਿੱਦਾਂ ਇਹ ਗੱਲ ਅਸੀਂ ਕੱਲ ਵੀ ਕਹੀ ਸੀ, ਮੈਂ ਅੱਜ ਫੇਰ ਕਹਿ ਰਿਹਾ ਕਿ ਇਸੇ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋਊਗਾ। ਹੁਣ ਜਿਹੜੇ ਸਾਰੇ ਮੰਤਰੀ ਨੇ, ਸਾਰੇ ਵਿਧਾਇਕ ਨੇ ਆਪਣੇ ਆਪਣੇ ਇਲਾਕਿਆਂ ਦੇ ਹਸਪਤਾਲਾਂ ਦੇ ਵਿੱਚ ਚਲੇ ਜਾਣਗੇ ਤੇ ਉੱਥੇ ਦੌਰਾ ਕਰਕੇ ਕੁਝ ਕੁ ਹਸਪਤਾਲ ਦੇ ਡਾਕਟਰਾਂ ਨੂੰ ਮਿਲ ਕੇ ਤੇ ਬਾਅਦ ਦੇ ਵਿੱਚ ਬਿਆਨ ਦੇ ਦਿੱਤਾ ਜਾਊਗਾ ਕਿ ਹਸਪਤਾਲਾਂ ਦੇ ਵਿੱਚ ਸਭ ਕੁਝ ਸਹੀ ਹੈ ਜੀ, ਤੇ ਜਿਹੜੀਆਂ ਖਾਮੀਆਂ ਨੇ ਉਹ ਫੇਰ ਵੀ ਨਜ਼ਰ ਨਹੀਂ ਆਉਣੀਆਂ। ਹਾਲਾਂਕਿ ਸਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੀਆਂ ਖਾਮੀਆਂ ਨੇ। ਪਟਿਆਲਾ ਜਿਹੜਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਸ਼ਹਿਰ ਆ, ਉੱਥੇ ਮਾਲਵੇ ਦਾ ਸਭ ਤੋਂ ਵੱਡਾ ਜਿਹੜਾ ਕਹਿ ਲਈਏ ਕਿ ਹੁਣ ਤੱਕ ਰਜਿੰਦਰਾ ਹਸਪਤਾਲ ਹੀ ਰਿਹਾ, ਤੇ ਉੱਥੇ ਦੀਆਂ ਸੇਵਾਵਾਂ ਦੇ ਵਿੱਚ ਬਹੁਤ ਖਾਮੀਆਂ ਨੇ ਜਿਹੜੀਆਂ ਉਹ ਸਮੇਂ-ਸਮੇਂ ਤੇ ਆ ਰਹੀਆਂ ਨੇ। ਇਸ ਵੇਲੇ ਵੀ ਸਭ ਤੋਂ ਵੱਡੀ ਤਾਂ ਗੱਲ ਇਹ ਹੈ ਕਿ ਹਸਪਤਾਲ ਦੇ ਵਿੱਚ ਸਾਫ਼ ਸਫਾਈ ਦਾ ਜਿਹੜਾ ਲੈਵਲ ਆ ਉਹ ਬਹੁਤ ਹੇਠਲੇ ਪੱਧਰ ਦਾ ਹੋ ਚੁੱਕਿਆ। ਸਫਾਈ ਦੇ ਮਾਮਲੇ ਵਿੱਚ ਜਦੋਂ ਕਿ ਹੁਣ ਪੂਰੀ ਤਰੀਕੇ ਦੇ ਨਾਲ ਹਸਪਤਾਲਾਂ ਦੇ ਵਿੱਚ ਸਫਾਈ ਚਾਹੀਦੀ ਸੀ, ਤੇ ਉਦੋਂ ਵੀ ਜਿਹੜਾ ਸਫਾਈ ਦੇ ਜਿਹੜੇ ਪ੍ਰਬੰਧ ਨੇ ਜੀ ਉਹ ਬਹੁਤ ਹੇਠਾਂ ਡਿੱਗੇ ਹੋਏ ਨੇ। ਸੋ ਇਸ ਕਰਕੇ ਸਾਡੀ ਤਾਂ ਇਹੀ ਗੁਜ਼ਾਰਿਸ਼ ਹੈ ਕਿ ਜਿਹੜੇ ਵੀ ਮੰਤਰੀ ਸਾਹਿਬਾਨ ਜਾਂਦੇ ਨੇ ਹਸਪਤਾਲਾਂ ਦੇ ਵਿੱਚ, ਬੇਸ਼ੱਕ ਉਹ ਆਪਣੇ ਇਲਾਕੇ ਦੇ ਹਸਪਤਾਲਾਂ 'ਚ ਜਾ ਰਹੇ ਨੇ ਜਾਂ ਕਿਸੇ ਹੋਰ ਵਿਧਾਇਕ ਦੇ ਹੋਰ ਹਲਕੇ ਦੇ ਹਸਪਤਾਲਾਂ ਦੇ ਵਿੱਚ ਜਾਂਦੇ ਨੇ, ਕਿਰਪਾ ਕਰਕੇ ਜਿਹੜੀ ਆ ਗੱਲ ਜਿਹੜੀ ਆ ਜੇਕਰ ਦੌਰਾ ਤੁਸੀਂ ਕਰਦੇ ਹੋ ਤਾਂ ਚੰਗੇ ਤਰੀਕੇ ਦੇ ਨਾਲ ਕਰੋ। ਜਨਤਾ ਇੰਨੀ ਬੇਵਕੂਫ ਇਸ ਸਮੇਂ ਨਹੀਂ ਹੈ ਕਿ ਤੁਸੀਂ ਜਾਓਗੇ ਜੀ ਦੌਰਾ ਕਰਕੇ ਤੁਸੀਂ ਕਹਿ ਦੋਗੇ ਕਿ ਸਭ ਕੁਝ ਠੀਕ ਹੈ ਜੀ, ਅਸੀਂ ਸੰਤੁਸ਼ਟ ਹਾਂ, ਮੈਂ ਸੰਤੁਸ਼ਟ ਹਾਂ, ਤੇ ਤੁਹਾਡੇ ਸੰਤੁਸ਼ਟ ਹੋਣ ਦੇ ਨਾਲ ਕੋਈ ਨਹੀਂ ਹੈ। ਜਦੋਂ ਤੱਕ ਪੰਜਾਬ ਦੇ ਲੋਕ, ਪੰਜਾਬ ਦੀ ਜਨਤਾ ਸੰਤੁਸ਼ਟ ਨਹੀਂ ਹੁੰਦੀ, ਉਦੋਂ ਤੱਕ ਨਹੀਂ ਮੰਨ ਲਿਆ ਜਾਊਗਾ ਕਿ ਹਸਪਤਾਲਾਂ ਦੇ ਵਿੱਚ ਜਿਹੜੇ ਪ੍ਰਬੰਧ ਨੇ ਉਹ ਸਾਰੇ ਸਹੀ ਨੇ। ਫਿਰ ਇਹ ਕਿਹਾ ਜਾਂਦਾ ਕਿ ਅਫਵਾਹਾਂ ਫੈਲਾਈਆਂ ਜਾ ਰਹੀਆਂ। ਖੈਰ, ਮਨੁੱਖੀ ਅੰਗਾਂ ਦੀ ਤਸਕਰੀ ਵਾਲੀ ਤਾਂ ਜਿਹੜੀ ਆ ਉਹ ਕੋਰੀ ਅਫਵਾਹਾਂ ਫੈਲਾਈਆਂ ਗਈਆਂ ਸੀ, ਇਸ ਕਰਕੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਡਰੇ ਵੀ ਨੇ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤੇ ਸਿਹਤ ਵਿਭਾਗ ਨੇ ਵੀ ਹੁਣ ਕੁਝ ਅੰਕੜੇ ਜਿਹੜੇ ਦਿੱਤੇ ਨੇ, ਰਿਪੋਰਟ ਆਈ ਹੈ, ਮੌਤ ਦਰ ਦੇ ਵਿੱਚ ਪੰਜਾਬ ਦੀ ਜਿਹੜੀ ਹਾਲਤ ਹੈ ਉਹ ਖਸਤਾ ਹੁੰਦੀ ਜਾ ਰਹੀ ਹੈ। ਅਸੀਂ ਮਹਾਰਾਸ਼ਟਰ ਤੇ ਗੁਜਰਾਤ ਨੂੰ ਪਿੱਛੇ ਛੱਡ ਗਏ ਹਾਂ ਕਰੋਨਾ ਵਾਇਰਸ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਦੇ ਵਿੱਚ। 2.95% ਜਿਹੜੀ ਮੌਤ ਦਰ ਹੈ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਪੰਜਾਬ ਦੇ ਵਿੱਚ ਉਹ ਹੋ ਗਈ ਹੈ ਜੀ। ਸਿਰਫ 10 ਦਿਨਾਂ ਦੇ ਵਿੱਚ ਵਧੀ ਹੈ। ਇਸ ਤੋਂ ਪਹਿਲਾਂ 2.7 ਸੀ ਤੇ ਹੁਣ 2.95% ਹੋ ਗਈ ਹੈ ਮੌਤ ਦੀ ਦਰ। ਤੇ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਕਿ ਮਹਾਰਾਸ਼ਟਰ ਅਤੇ ਗੁਜਰਾਤ ਨੂੰ ਵੀ ਪਿੱਛੇ ਛੱਡ ਦਿੱਤਾ। ਤੇ ਕੱਲ ਦੀ ਜਿਹੜੀ ਆ, ਕੱਲ ਬੁੱਧਵਾਰ ਦਾ ਦਿਨ ਸੀ, ਕੱਲ ਰਿਕਾਰਡ ਤੋੜ ਪੰਜਾਬ ਦੇ ਵਿੱਚ ਜਿਹੜੇ 2132 ਮਾਮਲੇ ਨਵੇਂ ਆਏ ਸੀ, ਜਿਹੜੇ ਕਿ 2000 ਤੋਂ ਹੁਣ ਤੱਕ ਥੱਲੇ ਰਹਿ ਰਹੇ ਸੀ, ਉਹ ਹੁਣ 2000 ਤੋਂ ਉੱਪਰ ਹੋ ਗਏ ਨੇ। ਤੇ 2132 ਮਾਮਲੇ ਜਿਹੜੇ ਨਵੇਂ ਕਰੋਨਾ ਵਾਇਰਸ ਦੇ ਇੱਕ ਦਿਨ ਦੇ ਵਿੱਚ ਆਏ ਸੀ, ਤੇ ਮਰੀਜ਼ ਜਿਹੜੇ ਠੀਕ ਹੋਏ ਸੀ ਉਹ ਹੋਏ ਸੀ ਸਿਰਫ 1200 ਕੁਛ। ਜਿਹੜੇ ਮਰੀਜ਼ ਨੇ ਉਹ ਸੋਮਵਾਰ ਨੂੰ ਠੀਕ ਹੋ ਕੇ ਘਰ ਗਏ ਸੀ, ਯਾਨੀ ਕਿ ਡਬਲ ਹੋ ਗਿਆ। ਜਿਹੜੇ ਨਵੇਂ ਮਰੀਜ਼ ਪੈਦਾ ਹੋ ਰਹੇ ਨੇ, ਨਵੇਂ ਮਰੀਜ਼ਾਂ ਨੂੰ ਲਾਗ ਲੱਗ ਰਹੀ ਹੈ, ਉਹ ਡਬਲ ਹੋ ਰਹੀ ਹੈ, ਬਜਾਏ ਕਿ ਇਸ ਦੇ ਕਿ ਠੀਕ ਹੋਣ ਵਾਲਿਆਂ ਦੀ ਗਿਣਤੀ ਪਹਿਲਾਂ ਜ਼ਿਆਦਾ ਸੀ, ਲੇਕਿਨ ਹੁਣ ਜਿਹੜੇ ਮਰੀਜ਼ ਪੋਜ਼ਿਟਿਵ ਹੋ ਰਹੇ ਨੇ ਉਹਨਾਂ ਦੀ ਗਿਣਤੀ ਜ਼ਿਆਦਾ ਨਿਕਲ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ। ਤੇ ਅਜਿਹੇ ਦੇ ਵਿੱਚ ਜੇ ਕਿਤੇ ਸਾਡੇ ਸਕੂਲ ਵੀ ਖੋਲ੍ਹ ਦਿੱਤੇ ਗਏ ਤਾਂ ਜਿਹੜੇ ਸਾਡੇ ਬੱਚਿਆਂ ਦੀਆਂ ਜਿਹੜੀਆਂ ਸਿਹਤਾਂ ਨੇ ਜੀ ਉਹਨਾਂ ਦੇ ਨਾਲ ਖਿਲਵਾੜ ਹੋ ਸਕਦਾ। ਸੋ ਜਿਸ ਤਰ੍ਹਾਂ ਦੇ ਨਾਲ ਇਹ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਸਰਕਾਰ ਨੇ ਘੱਟੋ ਘੱਟ ਇੰਨਾ ਭਰੋਸਾ ਦਿੱਤਾ ਕਿ ਜਦੋਂ ਤੱਕ ਸੂਬੇ 'ਚ ਹਾਲਾਤ ਠੀਕ ਨਹੀਂ ਹੋਣਗੇ ਤੇ ਉਹ ਜਿਹੜੇ ਆਪਣੇ ਸਕੂਲ ਨੇ ਉਹ ਨਹੀਂ ਖੋਲ੍ਹਣਗੇ, ਚਾਹੇ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਦੀ ਗੱਲ ਹੈ। ਬੇਸ਼ੱਕ ਤਾਂ ਵੀ ਉਹ ਕਹਦੇ ਅਸੀਂ ਸਕੂਲ ਨਹੀਂ ਖੋਲਾਂਗੇ। ਚਲੋ ਘੱਟੋ ਘੱਟ ਇਹ ਇੱਕ ਚੰਗੀ ਗੱਲ ਫਿਲਹਾਲ ਸਰਕਾਰ ਵੱਲੋਂ ਕੀਤੀ ਗਈ ਹੈ। ਇਸ ਮੌਕੇ ਇੱਕ ਕਾਲਰ ਸਾਡੇ ਨਾਲ ਨੇ ਜੀ, ਸਵਾਗਤ ਹੈ ਸਰ, ਬਹੁਤ ਬਹੁਤ ਤੁਹਾਡਾ। ਸਵਾਗਤ ਹੈ ਜੀ, ਬਹੁਤ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਖੋ ਸਾਹਿਬ। ਰਾਓ ਪਰਿੰਦਰ ਸਿੰਘ ਜੀ, ਮਾਫ ਕਰਨਾ, ਕਿਤੇ ਕਿਤੇ ਸਾਥੋਂ ਨਹੀਂ ਸੂਤ ਆਉਂਦਾ ਤੇ ਕਿਤੇ ਫੋਨ ਨਹੀਂ ਲੱਗਦਾ। 4-5 ਦਿਨ ਹੋ ਗਏ ਮਿਲਣ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈਏ ਵੱਡੀ ਸਾਰੀ। ਬਿਲਕੁਲ ਸੇਖੋ ਸਾਹਿਬ, ਸਿਹਤਾਂ ਠੀਕ ਨੇ। ਮੈਂ ਵੀ ਉਹੀ ਪੁੱਛ ਰਿਹਾ ਕਿ ਗੈਰ ਹਾਜ਼ਰੀ ਬੜੇ ਦਿਨਾਂ ਦੀ ਲੱਗ ਗਈ ਹੈ ਤੁਹਾਡੀ।
ਇੱਕ ਤਾਂ ਤੁਹਾਡਾ ਆਪਣਾ ਜਿਹੜਾ ਟੈਲੀਫੋਨ ਸਿਸਟਮ ਹੈ ਇਹ ਠੀਕ ਹੈ ਜੀ, ਠੀਕ ਹੈ, ਤੁਸੀਂ ਸਾਡਾ ਹੀ ਕਸੂਰ ਕੱਢਣਾ ਬਿਲਕੁਲ ਨਹੀਂ ਜੀ। ਅੱਜ ਮੈਂ ਆਪਦਾ ਕਸੂਰ ਮੰਨਦਾ ਰਹਾ ਵਰਿੰਦਰ ਸਿੰਘ, 2-3 ਦਿਨ ਮੈਂ ਅਟੈਂਡ ਨਹੀਂ ਕਰ ਸਕਦਾ ਤੁਹਾਨੂੰ। ਚਲੋ ਤੁਸੀਂ ਇੱਕ ਮੈਨੂੰ ਨਾ ਪਹਿਲਾਂ ਦੱਸੋ ਵੀ ਕਈ ਜਨਾਂ ਦੱਸਣ ਵਾਲੀਆਂ ਹੁੰਦੀਆਂ ਤੇ ਉਹ ਫੋਨ ਤੇ ਦੱਸਿਆ ਜਾਂਦੇ। ਫੋਨ ਮੈਨੂੰ ਦਿੱਤਾ ਸੀ ਇੱਕਦਮ ਤੋਂ ਲੱਗਦਾ ਨਹੀਂ, ਆ ਫੋਨ ਨੰਬਰ ਕਲੀਅਰ ਕਰਿਓ ਆਪਦਾ ਫੇਰ ਨੰਬਰ ਇੱਕ। ਤੁਸੀਂ ਮੈਨੂੰ ਆਪਣਾ ਨੰਬਰ ਲਿਖਾ ਦਿਓ ਜੀ, ਮੈਂ ਹੁਣੇ ਤੁਹਾਨੂੰ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਲਿਆ। ਤੁਸੀਂ ਮੈਨੂੰ ਨੰਬਰ ਬੋਲੋ ਆਪਣਾ। ਹਾਂਜੀ, ਮੇਰਾ ਨੰਬਰ ਹੈਗਾ ਜੀ 604 ਜੀ 825 ਜੀ 2629। ਹਾਂਜੀ 2629 825 2629 001 ਤਾਂ ਤੁਹਾਨੂੰ ਪਤਾ ਲਾਉਣਾ ਕੈਨੇਡਾ ਨੂੰ। ਹਾਂਜੀ 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 ਹਾਂਜੀ, ਕੋਈ ਗੱਲ ਨਹੀਂ ਸੇਖੋ ਸਾਹਿਬ। ਅੱਜ ਇਨਫੋਰਮੇਸ਼ਨ ਦੇਣੀ ਆ ਜੀ, ਬੁਲਾਉਣੀ ਸਤਿ ਸ੍ਰੀ ਅਕਾਲ ਸੀ, ਇਨਫੋਰਮੇਸ਼ਨ ਤੇ ਦੇਣੀ ਆ। ਸਕੂਲ ਦੀ ਗੱਲ ਕਰਦੇ ਤੁਸੀਂ ਜੀ ਜੀ, ਇੱਥੇ ਸਕੂਲ ਖੁੱਲੇ ਨਹੀਂ, ਇੱਥੇ ਸਕੂਲ ਖੁੱਲ ਗਏ ਜੀ ਪਿਛਲੇ ਇਸ ਹਫ਼ਤੇ ਤੇ ਟਾਵੇਂ ਮਤਲਬ ਬੱਚੇ ਜਾਣ ਲੱਗ ਗਏ ਆ। ਤੇ ਪਹਿਲਾਂ ਉਤੋਂ ਖੁੱਲੇ ਆ +2 ਵਾਲੇ, ਹੁਣ ਥੱਲੇ ਵਾਲੇ ਖੁੱਲ ਗਿਆ ਜੀ ਤੇ ਮਤਲਬ ਕੰਮ ਸ਼ੁਰੂ ਹੋ ਗਿਆ ਜੀ। ਧੰਨਵਾਦ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸੇਖੋ ਸਾਹਿਬ। ਲੇਕਿਨ ਇਹ ਵੀ ਦੇਖਣਾ ਜੀ ਕਿ ਕਿਹੜੇ ਦੇਸ਼ ਦੀ ਗੱਲ ਹੋ ਰਹੀ ਹੈ। ਤੁਸੀਂ ਗੱਲ ਕਰਦੇ ਹੋ ਅਮਰੀਕਾ ਤੇ ਕੈਨੇਡਾ ਦੀ, ਜਿਹੜੇ ਕਿ ਸਾਡੇ ਤੋਂ ਬਹੁਤ ਜ਼ਿਆਦਾ ਅੱਗੇ ਨੇ, ਤੇ ਅਸੀਂ ਤੇ ਸਾਡਾ ਦੇਸ਼ ਇਹਨਾਂ ਦੇਸ਼ਾਂ ਤੋਂ ਬਹੁਤ ਜ਼ਿਆਦਾ ਪਿੱਛੇ ਹੈ ਜੀ ਹਰ ਇੱਕ ਮਾਮਲੇ ਦੇ ਵਿੱਚ। ਸਿੱਖਿਆ ਨੂੰ ਲੈ ਲਈਏ ਜਾਂ ਸਿਹਤ ਦੇ ਮਾਮਲੇ ਨੂੰ ਲੈ ਲਈਏ, ਅਸੀਂ ਬਹੁਤ ਜ਼ਿਆਦਾ ਪਿੱਛੇ ਹਾਂ ਜੀ, ਪਛੜੇ ਹੋਏ ਹਾਂ ਬਹੁਤ। ਤੇ ਇਹ ਜਿਹੜਾ ਜਿੰਨੇ ਅੰਕੜੇ ਅਸੀਂ ਪਿੱਛੇ ਆ ਤੇ ਇਹਨਾਂ ਨੂੰ ਕਵਰ ਕਰਨ ਦੇ ਲਈ ਬਹੁਤ ਸਾਰੀ ਮਿਹਨਤ ਦੀ ਲੋੜ ਹੈ ਜੀ। ਚੀਨ ਸਾਡਾ ਗਵਾਂਢੀ ਹੈ, ਉਹ ਇੱਕ ਵਾਕਈ ਜਿਉਂਦੀ ਜਾਗਦੀ ਕਹਿ ਦਿੰਦੇ ਆ ਕਿ ਮਿਸਾਲ ਹੈ ਕਿ ਚੀਨ ਨੇ ਕਿੰਨੀ ਕੁ ਮਿਹਨਤ ਕੀਤੀ ਹੈ, ਚੀਨ ਦੀ ਸਰਕਾਰ ਨੇ ਕਿੰਨੀ ਕੁ ਮਿਹਨਤ ਕੀਤੀ ਹੈ, ਚੀਨ ਦੇ ਲੋਕਾਂ ਨੇ ਕਿੰਨੀ ਕੁ ਮਿਹਨਤ ਕੀਤੀ ਹੈ ਕਿ ਉਹਨਾਂ ਨੇ ਅਮਰੀਕਾ ਵਰਗੇ ਮੁਲਕ ਨੂੰ ਥੱਲੇ ਲਾਤਾ। ਇੱਕ ਸੁਪਰ ਪਾਵਰ ਜਿਹੜੀ ਮੰਨੀ ਜਾਂਦੀ ਸੀ ਪੂਰੇ ਵਿਸ਼ਵ ਦੇ ਵਿੱਚ, ਤੇ ਉਸ ਸੁਪਰ ਪਾਵਰ ਨੂੰ ਵੀ ਥੱਲੇ ਚੀਨ ਦੇ ਲੋਕਾਂ ਨੇ, ਚੀਨ ਦੀ ਸਰਕਾਰ ਨੇ ਜਾਂ ਚੀਨ ਨੇ ਲਗਾ ਦਿੱਤਾ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਉਹਨਾਂ ਦੇ ਪਿੱਛੇ ਮਿਹਨਤ ਕਿੰਨੀ ਆ ਤੇ ਉਹ ਦੇਖਣ ਦੀ ਲੋੜ ਆ, ਬਜਾਏ ਇਸ ਤੇ ਕਿ ਅਸੀਂ ਹਾਏ ਹਾਏ ਚੀਨ, ਹਾਏ ਹਾਏ ਚੀਨ ਕਰੀ ਜਾ ਰਹੇ ਆ। ਤੇ ਲੇਕਿਨ ਜਿਹੜੀਆਂ ਚੰਗੀਆਂ ਗੱਲਾਂ ਨੇ ਉਹ ਵੀ ਥੋੜ੍ਹੀਆਂ ਦੇਖਣੀਆਂ ਚਾਹੀਦੀਆਂ ਕਿ ਸਾਡਾ ਗਵਾਂਢੀ ਇੰਨੀ ਸਖਤ ਮਿਹਨਤ ਕਰਕੇ ਇੰਨਾ ਅੱਗੇ ਪਹੁੰਚ ਗਿਆ ਤੇ ਹਜੇ ਅੱਜ ਅਸੀਂ ਫਿਰ ਉਹੀ ਸਰਹੱਦਾਂ ਦੇ ਰੌਲਿਆਂ ਤੇ ਖੜੇ ਆ। ਜਿਵੇਂ ਕਹਿੰਦੇ ਸੀ ਕਿ ਕਹਿੰਦੇ ਜੱਟ ਦੀ ਜਿਹੜੀ ਸਾਰੀ ਉਮਰ ਆ ਉਹ ਖੇਤ ਦੇ ਵਿੱਚ ਜਾਂ ਤਾਂ ਹਲ ਪਾਉਂਦੇ ਨਿਕਲ ਜਾਂਦੀ ਆ ਜਾਂ ਵੱਟਾਂ ਦੇ ਨਾਲ, ਵੱਟਾਂ ਦਾ ਰੌਲਾ ਗੋਲਾ ਉਹਦਾ ਲੜਦਿਆਂ ਦਾ ਨਿਕਲ ਜਾਂਦਾ। ਤੇ ਸਾਡੇ ਦੇਸ਼ ਦੇ ਵਿੱਚ ਵੀ ਬੜੀ ਮਾੜੀ ਕਿਸਮਤ ਹੈ ਕਿ ਅੱਜ 21ਵੀਂ ਸਦੀ ਚੱਲ ਰਹੀ ਆ ਤੇ ਹਜੇ ਵੀ ਅਸੀਂ ਸਰਹੱਦਾਂ ਦਾ ਰੌਲਾ ਰੋਜ਼ਾਨਾ ਹੀ ਪਿੱਟ ਰਹੇ ਹਾਂ। ਤੇ ਜਿੱਥੇ ਲਦਾਖ ਵਰਗੇ ਜਿਹੜਾ ਏਰੀਆ ਸੀ ਪਿਛਲੇ 40 ਸਾਲਾਂ ਤੋਂ ਕੋਈ ਗੋਲੀ ਨਹੀਂ ਚੱਲੀ ਸੀ, ਹੁਣ ਉੱਥੇ ਗੋਲੀ ਵੀ ਚੱਲ ਪਈ ਹੈ। ਦੋਨਾਂ ਦੇਸ਼ਾਂ ਦੀਆਂ ਫੌਜਾਂ ਆਮੋ ਸਾਹਮਣੇ ਲਗਾਤਾਰ ਰੋਜ਼ਾਨਾ ਦਿਖਦੀਆਂ ਨੇ ਤੇ 40 ਸਾਲ ਬਾਅਦ ਕਿਸੇ ਸਰਹੱਦ ਤੇ ਗੋਲੀ ਚੱਲਣਾ ਆਪਣੇ ਆਪ ਦੇ ਇੱਕ ਬਹੁਤ ਵੱਡਾ ਸਵਾਲ ਹੈ ਜੀ। ਤੇ ਕਿ ਕਿਸ ਪਾਸੇ ਨੂੰ ਜਾ ਰਹੇ ਹਾਂ ਅਸੀਂ, ਕਿਸ ਪਾਸੇ ਦੀਆਂ ਗੱਲਾਂ ਅਸੀਂ ਕਰ ਰਹੇ ਹਾਂ। ਅਸੀਂ ਗੱਲਾਂ ਕਰ ਰਹੇ ਹਾਂ ਕਿ ਚੀਨ ਹੁਣ ਸਾਡਾ ਜਿਹੜਾ ਇੰਡੀਆ ਉਹ 65 ਵਾਲਾ ਇੰਡੀਆ ਨਹੀਂ ਹੈ, 71 ਵਾਲਾ ਇੰਡੀਆ ਨਹੀਂ ਹੈ, ਹੁਣ ਇੰਡੀਆ ਚੇਂਜ ਹੋ ਗਿਆ ਤੇ ਹੁਣ ਅਸੀਂ ਬਹੁਤ ਵੱਡਾ ਜਿਹੜਾ ਜਵਾਬ ਦੇ ਸਕਦੇ ਹਾਂ। ਤੇ ਇਹ ਜਿਹੜੀਆਂ ਲੜਾਈਆਂ ਨੇ ਜੀ, ਇਹ ਲੜਾਈਆਂ ਤਾਂ ਜਿਹੜੀ ਇਹ ਸੋਚਣਾ ਵੀ ਬੇਵਕੂਫੀ ਆ ਤੇ ਇਹ ਚੀਨ ਦੇ ਲਈ ਵੀ ਬੇਵਕੂਫੀ ਆ ਤੇ ਸਾਡੇ ਲਈ ਵੀ ਬੇਵਕੂਫੀ ਆ ਜੇਕਰ ਅਸੀਂ ਇਸ ਮੌਕੇ ਤੇ ਲੜਾਈ ਛੇੜਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਪਹਿਲਾਂ ਹੀ ਇੱਕ ਵੱਡੀ ਲੜਾਈ ਕਰੋਨਾ ਮਹਾਮਾਰੀ ਦੇ ਨਾਲ ਲੱਗੀ ਹੋਈ ਹੈ ਤੇ ਉਸ ਤੇ ਹੀ ਜੇਕਰ ਜਿੱਤ ਪਾ ਲਈਏ, ਕਿਉਂਕਿ ਕਰੋਨਾ ਮਹਾਮਾਰੀ ਕਿਸੇ ਇੱਕ ਦੇਸ਼ ਦੇ ਵਿੱਚ ਨਹੀਂ ਫੈਲੀ ਹੋਈ, ਸਾਰੇ ਹੀ ਵਿਸ਼ਵ ਦੇ ਵਿੱਚ ਫੈਲੀ ਹੋਈ ਹੈ। ਤੇ ਇਸ ਮੌਕੇ ਲੋੜ ਤਾਂ ਇਹ ਹੈ ਕਿ ਸਾਰੇ ਮੁਲਕ ਇਕੱਠੇ ਹੋ ਕੇ ਇਸ ਲੜਾਈ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਉਣ। ਤੇ ਇੱਕ ਪਾਸੇ ਇਸ ਤਰ੍ਹਾਂ ਦੀਆਂ ਗੱਲਾਂ ਨੇ, ਉਮੀਦ ਕੀਤੀ ਜਾ ਰਹੀ ਹੈ, ਤੇ ਇੱਕ ਪਾਸੇ ਅਸੀਂ ਤੇ ਚੀਨ ਆਮੋ ਸਾਹਮਣੇ ਹੋਏ ਬੈਠੇ ਆ ਕਿ ਇਹ ਨਹੀਂ ਪਤਾ ਕਿ ਕਦੋਂ ਲੜਾਈ ਲੱਗ ਜੇ। ਤੇ ਰਾਫੇਲ ਦੇ ਪ੍ਰਦਰਸ਼ਨ ਅਸੀਂ ਕਰ ਰਹੇ ਹਾਂ ਲਗਾਤਾਰ, ਅੱਜ ਫਿਰ ਰਾਫੇਲ ਦਾ ਪ੍ਰਦਰਸ਼ਨ ਵੀ ਹੋ ਗਿਆ ਜੀ ਅੰਬਾਲਾ ਦੇ ਵਿੱਚ। ਤੇ ਫ੍ਰੈਂਚ ਜਿਹੜੇ ਡਿਫੈਂਸ ਮਿਨਿਸਟਰ ਸੀ ਉਹ ਵੀ ਉੱਥੇ ਪਹੁੰਚੇ ਜੀ। ਉਹ ਅਸੀਂ ਉਹੀ ਚੀਜ਼ਾਂ ਤੇ ਹਥਿਆਰਾਂ ਤੇ ਹੀ ਅਸੀਂ ਘੁੰਮੀ ਜਾ ਰਹੇ ਹਾਂ। ਅਸੀਂ ਜਿਹੜੀਆਂ ਚੀਜ਼ਾਂ ਕਰਨ ਦੀ ਲੋੜ ਹੈ, ਜਿਹੜੇ ਪਾਸੇ ਸਾਨੂੰ ਵਧਣ ਦੀ ਲੋੜ ਹੈ, ਉਧਰ ਤਾਂ ਅਸੀਂ ਸੋਚ ਹੀ ਨਹੀਂ ਰਹੇ, ਨਾ ਸਾਡੀਆਂ ਸਰਕਾਰਾਂ ਸਾਨੂੰ ਉਧਰ ਸੋਚਣ ਦਿੰਦੀਆਂ ਨੇ। ਅਸੀਂ ਸੋਚਦੇ ਹਾਂ ਤੇ ਜਦੇ ਚੀਨ ਦੀ ਜਾਂ ਜਦੇ ਪਾਕਿਸਤਾਨ ਦੀ ਗੱਲ ਛਿੜਵਾ ਦਿੱਤੀ ਜਾਂਦੀ ਹੈ ਤੇ ਸਾਰਾ ਦਿਨ ਜਿਹੜੇ ਨਿਊਜ਼ ਚੈਨਲ ਨੇ ਉਹ ਫਿਰ ਜਾਂ ਤਾਂ ਚੀਨ ਤੇ ਪਾਕਿਸਤਾਨ ਕਰੀ ਜਾਂਦੇ ਆ, ਜਾਂ ਫਿਰ ਉਹ ਜਿਹੜੀ ਮੁੰਬਈ ਵਾਲੀ
ਰੀਆ ਚੱਕਰਵਰਤੀ ਆ ਉਹਨੂੰ ਕਦੇ ਦੱਸ ਦਿੰਦੇ ਆ ਕਿ ਹੁਣ ਰੀਆ ਨਿਕਲ ਗਈ ਆ ਜੀ ਘਰੋਂ, ਹੁਣ ਰੀਆ ਇੱਥੇ ਪਹੁੰਚ ਗਈ ਆ, ਹੁਣ ਰੀਆ ਜੇਲ੍ਹ ਚਲੀ ਗਈ ਆ। ਇਹੀ ਚੀਜ਼ਾਂ ਤੇ ਦਿਖਾਈ ਜਾ ਰਹੇ ਆ। ਤੇ ਹੋਰ ਤਾਂ ਲੋੜੇ ਨਹੀਂ ਚੈਨਲਾਂ ਨੂੰ, ਕੋਈ ਪਾਣੀ ਦੀ ਗੱਲ ਨਹੀਂ ਕਰ ਰਿਹਾ ਕਿ ਕਿਸ ਕਲੋਨੀ ਦੇ ਵਿੱਚ, ਕਿਸ ਇਲਾਕੇ ਦੇ ਵਿੱਚ ਪਾਣੀ ਮਿਲ ਰਿਹਾ ਲੋਕਾਂ ਨੂੰ ਪੀਣ ਦੇ ਲਈ ਜਾਂ ਨਹੀਂ ਮਿਲ ਰਿਹਾ, ਦਵਾਈਆਂ ਮਿਲ ਰਹੀਆਂ ਨੇ ਨਹੀਂ ਮਿਲ ਰਿਹਾ, ਉਹਨਾਂ ਦੀ ਕਿਸੇ ਨੂੰ ਕੋਈ ਨਹੀਂ। ਲੇਕਿਨ ਇਹ TRP ਦਾ ਸੌਦੇ ਨੇ ਜੀ ਸਾਰੇ, ਤੇ ਹਰ ਇੱਕ ਜਿਹੜਾ ਚੈਨਲ ਆ ਉਹ TRP ਦੇ ਬਾਰੇ ਸੋਚਦਾ, ਤੇ ਬੜੇ ਘੱਟ ਅਦਾਰੇ ਅਜਿਹੇ ਨੇ ਜਿਹੜੇ ਕਿ TRP ਬਾਰੇ ਨਹੀਂ ਸੋਚਦੇ। ਇਹ ਸੋਚਦੇ ਨੇ ਕਿ ਜਿਹੜੇ ਲੋਕਾਂ ਦੇ ਮਸਲੇ ਨੇ, ਮੁਸ਼ਕਿਲਾਂ ਨੇ, ਉਹਨਾਂ ਨੂੰ ਕਿਵੇਂ ਸਰਕਾਰ ਦੇ ਸਾਹਮਣੇ ਰੱਖਿਆ ਜਾਏ ਤੇ ਕਿਵੇਂ ਉਹਨਾਂ ਨੂੰ ਹੱਲ ਕਰਵਾਇਆ ਜਾਏ। ਸੋ ਸਾਡਾ ਜਿਹੜਾ ਅੱਜ ਦਾ ਸਮਾਂ ਜੀ ਉਹ ਤਕਰੀਬਨ ਪੂਰਾ ਹੀ ਹੋ ਚੁੱਕਿਆ, ਤੇ ਗੱਲਾਂ ਬਾਤਾਂ ਅਸੀਂ ਹੋਰ ਵੀ ਕਾਫੀ ਕਰਨੀਆਂ ਸੀ, ਲੇਕਿਨ ਇੱਕ ਹੋਰ ਇਨਫੋਰਮੇਸ਼ਨ ਦੇ ਦਿੰਦੇ ਹਾਂ ਤੁਹਾਨੂੰ ਕਿ ਨਾਭਾ ਦੇ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਰਿਹਾਇਸ਼ ਦੇ ਬਾਹਰ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਨੇ ਧਰਨਾ ਲਾ ਕੇ ਜਿਹੜੇ ਬੈਠੇ ਸੀ, ਅੱਜ ਉਹਨਾਂ ਨੂੰ ਚੱਕ ਲਿਆ ਗਿਆ ਜੀ। ਤੇ ਕਰੋਨਾ ਦਾ ਬਹਾਨਾ ਇੱਥੇ ਵੀ ਲਗਾਇਆ ਗਿਆ, ਹਾਲਾਂਕਿ ਬੈਠੇ ਤਾਂ ਵਿਚਾਰੇ 5 ਕੁ ਬੰਦੇ ਹੀ ਸੀ, ਤੇ ਉਹਨਾਂ ਨੂੰ ਵੀ ਕਹਿਤਾ ਕਿ ਸੋਸ਼ਲ ਡਿਸਟੈਂਸਿੰਗ ਦੀ ਇਹ ਉਲੰਘਣਾ ਕਰ ਰਹੇ ਸੀ। ਤੇ ਪੁਲਿਸ ਦਾ ਬਿਆਨ ਹੈ ਜੀ, ਪੁਲਿਸ ਕਹਿੰਦੀ ਵੀ ਡਾਕਟਰਾਂ ਦੀ ਟੀਮ ਆਈ ਸੀ ਤੇ ਇਹਨਾਂ ਦਾ ਅਸੀਂ ਕਰੋਨਾ ਟੈਸਟ ਕਰਨਾ ਸੀ, ਤੇ ਕਰੋਨਾ ਟੈਸਟ ਕਰਾਉਣ ਤੋਂ ਇਹਨਾਂ ਨੇ ਮਨਾ ਕਰਤਾ, ਤੇ ਫਿਰ ਅਸੀਂ ਚੱਕ ਕੇ ਗੱਡੀ 'ਚ ਦਬਾ ਲਏ ਜੀ। ਤੇ ਇਸ ਤਰ੍ਹਾਂ ਦੇ ਤਾਂ ਸਾਡੇ ਹਾਲਾਤ ਨੇ। ਤੇ ਇਸ ਮੌਕੇ ਜਿਹੜੇ ਕੁਝ ਵੱਡੇ ਆਪ ਆਗੂ ਨੇ ਉਹ ਨਾਭਾ ਦੇ ਵਿੱਚ ਪਤਾ ਲੱਗ ਰਿਹਾ ਕਿ ਕੋਤਵਾਲੀ ਨਾਭਾ ਦੇ ਸਾਹਮਣੇ ਪ੍ਰੋਟੈਸਟ ਕਰ ਰਹੇ ਨੇ ਤੇ ਆਪਣੇ ਸਾਥੀਆਂ ਨੂੰ ਛਡਾਉਣ ਦੀ ਮੰਗ ਕਰ ਰਹੇ ਨੇ। ਸੋ ਕੱਲ ਫਿਰ ਕੁਝ ਨਵੀਆਂ ਗੱਲਾਂ ਦੇ ਨਾਲ, ਨਵੇਂ ਵਿਸ਼ੇ ਦੇ ਨਾਲ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਮੁਲਾਕਾਤ ਹੋਏਗੀ ਜੀ। ਸੋ ਕੱਲ ਤੱਕ ਦੇ ਲਈ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਜਿੱਥੇ ਰਹੋਗੇ ਸੁਰੱਖਿਅਤ ਰਹੋਗੇ, ਠੀਕ ਠਾਕ ਰਹੋਗੇ। ਸੋ ਇਸੇ ਉਮੀਦ ਨਾਲ ਕਿ ਕੱਲ ਫਿਰ ਦੁਬਾਰਾ ਮੁਲਾਕਾਤ ਹੋਵੇਗੀ। ਹੁਣ ਮੈਂ ਤੁਹਾਡੇ ਤੋਂ ਆਪਣੀ ਪੂਰੀ ਟੀਮ ਦੇ ਨਾਲ ਆਗਿਆ ਚਾਹੁੰਦਾ ਜੀ। ਕੱਲ ਫਿਰ ਮਿਲਦੇ ਹਾਂ ਜੀ। ਕੱਲ ਤੱਕ ਦੇ ਲਈ ਧੰਨਵਾਦ ਤੇ ਰੱਬ ਰੱਖ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।